ਹੁਣ ਸੁਣੋ ਸਟੂਡੀਓ 7 ਐਕਸਕਲੂਸਿਵਲੀ ਔਨ ਸਪੋਟੀਫਾਈ। ਸਪੋਟੀਫਾਈ ਐਪ ਨੂੰ ਡਾਊਨਲੋਡ ਕਰੋ ਅਤੇ ਬੀ ਸੋਸ਼ਲ ਪੋਡਕਾਸਟ ਨੂੰ ਫੋਲੋ ਕਰੋ। ਤੁਸੀਂ ਸੁਣ ਰਹੇ ਹੋ ਬੀ ਸੋਸ਼ਲ ਪੋਡਕਾਸਟ ਦੀ ਪੇਸ਼ਕਸ਼ ਸਟੂਡੀਓ 7। ਅੱਜ ਦੇ ਸਟੂਡੀਓ 7 ਵਿੱਚ ਤੁਸੀਂ ਸੁਣੋਗੇ ਸਰਬਜੀਤ ਸਿੰਘ ਸਿੱਧੂ ਹੁਣਾਂ ਦੀ ਆਵਾਜ਼ ਵਿੱਚ ਕਹਾਣੀ ਅਮਰਫਲ ਅਤੇ ਪ੍ਰੇਮ। ਇੱਕ ਵਾਰ ਇੱਕ ਰਾਜਾ ਜੰਗਲ ਵਿੱਚ ਸ਼ਿਕਾਰ ਖੇਡਣ ਲਈ ਗਿਆ। ਇੱਕ ਸੁਨਹਿਰੇ ਹਿਰਨ ਦਾ ਪਿੱਛਾ ਕਰਦਾ ਉਹ ਆਪਣੇ ਸਾਥੀਆਂ ਤੋਂ ਦੂਰ ਨਿਕਲ ਗਿਆ। ਉਹਨੂੰ ਸਖਤ ਪਿਆਸ ਲੱਗੀ। ਇੱਕ ਛੰਬ ਤੋਂ ਪਾਣੀ ਪੀ ਕੇ ਉਹ ਆਰਾਮ ਕਰਨ ਲਈ ਬੈਠ ਗਿਆ ਤੇ ਲੰਮਾ ਪੈ ਗਿਆ। ਘੋੜਾ ਉਹਨੇ ਦਰਖਤ ਨਾਲ ਬੰਨ੍ਹ ਦਿੱਤਾ। ਇੱਕ ਤੋਤਾ ਉਹਦੇ ਨਾਲ ਸੀ। ਰਾਜਾ ਉਸੇ ਨਾਲ ਖੇਡਣ ਲੱਗਾ। ਅਚਾਨਕ ਰਾਜੇ ਦੀ ਨਜ਼ਰ ਇੱਕ ਬੜੇ ਖੂਬਸੂਰਤ ਬੂਟੇ ਤੇ ਪਈ ਜੋ ਵੇਖਣ ਵਿੱਚ ਬੜਾ ਅਜੀਬ ਸੀ। ਉਸ ਬੂਟੇ ਨੂੰ ਕੇਵਲ 3 ਫਲ ਲੱਗੇ ਹੋਏ ਸਨ, ਸੇਬ ਵਾਂਗ ਲਾਲ ਤੇ ਰਸ ਨਾਲ ਚੋ-ਚੋ ਕਰਦੇ। ਰਾਜੇ ਨੇ ਅਜਿਹਾ ਫਲ ਕਦੇ ਨਹੀਂ ਸੀ ਵੇਖਿਆ। ਰਾਜੇ ਨੂੰ ਸ਼ੱਕ ਹੋਇਆ ਕਿਤੇ ਇਹ ਅਮਰਫਲ ਤੇ ਨਹੀਂ। ਰਾਜੇ ਨੇ ਤੋਤੇ ਨੂੰ ਪੁੱਛਿਆ, ਤੂੰ ਤਾਂ ਜੰਗਲ ਵਿੱਚ ਫਿਰਦਾ ਰਹਿੰਦਾ ਹੈ, ਅਮਰਫਲ ਦੀ ਤੈਨੂੰ ਪਛਾਣ ਹੋਣੀ ਹੈ। ਵੇਖ ਇਹ ਕਿਧਰੇ ਅਮਰਫਲ ਤੇ ਨਹੀਂ। ਤੋਤਾ ਉੱਡ ਕੇ ਉਸ ਬੂਟੇ ਉੱਤੇ ਜਾ ਬੈਠਾ। ਬੂਟੇ ਦੇ ਪੱਤੇ ਤੇ ਫਲ ਧਿਆਨ ਨਾਲ ਵੇਖੇ, ਮਹਿਕ ਦਾ ਅਹਿਸਾਸ ਲਿਆ ਤੇ ਫਿਰ ਕਹਿਣ ਲੱਗਾ, ਜਾਪਦਾ ਏ ਕਿ ਅਮਰਫਲ ਹੀ ਏ। ਤੁਸੀਂ ਫਲ ਖਾ ਲਓ। ਤੂੰ ਇੱਕ ਫਲ ਚੱਕ ਕੇ ਸਵਾਦ ਵੇਖ, ਰਾਜੇ ਨੇ ਕਿਹਾ। ਕਿਧਰੇ ਇਹ ਨਾ ਹੋਵੇ ਕਿ ਜ਼ਹਿਰੀਲਾ ਬੂਟਾ ਹੋਵੇ। ਉਹ ਬੂਟਾ ਛੰਭ ਦੇ ਐਨ ਕੰਢੇ ਤੇ ਉੱਗਿਆ ਹੋਇਆ ਸੀ। ਜੜ ਤਾਂ ਕਿਨਾਰੇ ਤੇ ਸੀ, ਪਰ ਉਸਦਾ ਸਾਰਾ ਫਲਾ ਛੰਭ ਤੇ ਸੀ। ਤੋਤੇ ਨੇ ਜਿਵੇਂ ਹੀ ਇੱਕ ਫਲ ਨੂੰ ਚੁੰਝ ਮਾਰ ਕੇ ਚੱਖਣਾ ਚਾਹਿਆ, ਉਹ ਹੇਠਾਂ ਛੰਭ ਵਿੱਚ ਡਿੱਗ ਪਿਆ। ਪਰ ਤੋਤੇ ਨੇ ਫਲ ਚੱਖ ਲਿਆ ਸੀ, ਸੋ ਉਸਨੇ ਦੱਸਿਆ ਕਿ ਫਲ ਬੜਾ ਲਜ਼ੀਜ਼ ਏ। ਰਾਜ ਨੇ ਟਾਹਣੀ ਫੜ ਕੇ ਬਾਕੀ ਬਚੇ ਹੋਏ ਫਲ ਤੋੜਨੇ ਚਾਹੇ, ਪਰ ਅਜੇ ਉਹਨੇ ਇੱਕੋ ਹੀ ਤੋੜਿਆ ਸੀ ਕਿ ਦੂਜਾ ਫਲ ਛੰਭ ਵਿੱਚ ਜਾ ਡਿੱਗਾ। ਸੋ ਰਾਜੇ ਦੇ ਹੱਥ ਵਿੱਚ ਇੱਕੋ ਫਲ ਲੱਗਿਆ। ਇਸ ਫਲ ਨੂੰ ਹੁਣੇ ਖਾ ਲਓ, ਤੋਤੇ ਨੇ ਕਿਹਾ। ਪੂਰਾ ਫਲ ਖਾ ਲੈਣ ਵਾਲਾ ਅਮਰ ਹੋ ਜਾਂਦਾ ਹੈ। ਨਹੀਂ, ਮੈਂ ਇਹ ਫਲ ਆਪਣੇ ਬਾਗ ਵਿੱਚ ਬੀਜਾਂਗਾ ਅਤੇ ਫਿਰ ਉਸ ਪੌਦੇ ਨਾਲ ਪਹਿਲੇ ਸਾਲ ਜਿਹੜੇ 3 ਫਲ ਲੱਗਣਗੇ, ਉਹਨਾਂ ਵਿੱਚੋਂ ਇੱਕ ਮੈਂ ਖੁਦ ਖਾਵਾਂਗਾ, ਦੂਜਾ ਰਾਣੀ ਤੇ ਤੀਜਾ ਮੈਂ ਆਪਣੇ ਪੁੱਤਰ ਨੂੰ ਖਵਾਵਾਂਗਾ। ਇਕੱਲਿਆਂ ਲੰਮੀ ਉਮਰ ਭੋਗਣ ਦਾ ਕੋਈ ਰਸ ਨਹੀਂ। ਰਾਜਾ ਮਹਿਲਾਂ ਵਿੱਚ ਵਾਪਸ ਆ ਗਿਆ। ਉਸਨੇ ਉਸੇ ਵੇਲੇ ਸ਼ਾਹੀ ਮਾਲੀ ਨੂੰ ਬੁਲਾਇਆ ਤੇ ਉਸ ਫਲ ਨੂੰ ਬਗੀਚੇ ਵਿੱਚ ਬੀਜ ਦੇਣ ਦਾ ਹੁਕਮ ਦਿੱਤਾ। ਰਾਜਾ ਹਰ ਰੋਜ਼ ਖੁਦ ਉਸ ਬੂਟੇ ਨੂੰ ਵੇਖਦਾ ਤੇ ਮੰਤਰਾਂ ਦਾ ਜਾਪ ਕਰਦਾ, ਹੱਥੀਂ ਪਾਣੀ ਦਿੰਦਾ। ਇਸ ਤਰ੍ਹਾਂ 2 ਵਰ੍ਹੇ ਬੀਤ ਗਏ। 2 ਵਰ੍ਹਿਆਂ ਮਗਰੋਂ ਉਸ ਬੂਟੇ ਨੂੰ ਪਹਿਲਾ ਫਲ ਲੱਗਾ। ਉਸ ਦਿਨ ਜ਼ੋਰ ਦਾ ਝੱਖੜ ਝੁੱਲਿਆ ਤੇ ਉਹ ਫਲ ਹੇਠਾਂ ਡਿੱਗ ਪਿਆ। ਹੇਠਾਂ ਇੱਕ ਫਨੀਅਰ ਬੈਠਾ ਸੀ। ਫਲ ਉਸ ਦੇ ਉੱਤੇ ਜਾ ਡਿੱਗਾ। ਫਨੀਅਰ ਨੇ ਕ੍ਰੋਧ ਵਿੱਚ ਆ ਕੇ ਆਪਣੀ ਦੰਦੀ ਫਲ ਵਿੱਚ ਚੋਭ ਦਿੱਤੀ। ਸਵੇਰੇ ਮਾਲੀ ਦੀ ਨਜ਼ਰ ਉਸ ਫਲ ਤੇ ਪਈ ਤਾਂ ਉਹ ਰਾਜੇ ਕੋਲ ਲੈ ਗਿਆ। ਰਾਜਾ ਬੜਾ ਖੁਸ਼ ਹੋਇਆ। ਰਾਜੇ ਦਾ ਆਪਣੀ ਰਾਣੀ ਨਾਲ ਬੜਾ ਪਿਆਰ ਸੀ, ਸੋ ਉਹਨੇ ਸੋਚਿਆ ਕਿ ਪਹਿਲਾ ਫਲ ਰਾਣੀ ਨੂੰ ਖਵਾਇਆ ਜਾਵੇ ਤਾਂ ਜੋ ਉਹ ਅਮਰ ਹੋ ਜਾਵੇ। ਰਾਣੀ ਫਲ ਨੂੰ ਖਾਂਦੇ ਸਾਰ ਬੇਹੋਸ਼ ਹੋ ਗਈ। ਉਸ ਦੀਆਂ ਅੱਖਾਂ ਫਿਰ ਗਈਆਂ, ਮੂੰਹ ਵਿੱਚੋਂ ਝੱਗ ਛੁੱਟ ਗਈ। ਥੋੜ੍ਹੀ ਦੇਰ ਬਾਅਦ ਉਹਨੇ ਪ੍ਰਾਣ ਤਿਆਗ ਦਿੱਤੇ। ਹਕੀਮਾਂ ਨੇ ਦੱਸਿਆ ਕਿ ਫਲ ਬਹੁਤ ਜ਼ਹਿਰੀਲਾ ਸੀ। ਰਾਜੇ ਨੂੰ ਬੜਾ ਦੁੱਖ ਹੋਇਆ। ਉਸਨੇ ਬੂਟੇ ਦੇ ਦੁਆਲੇ ਵਾੜ ਲਵਾ ਦਿੱਤੀ ਤਾਂ ਜੋ ਜ਼ਹਿਰੀਲਾ ਫਲ ਜਾਂ ਪੱਤਾ ਕੋਈ ਵੀ ਨਾ ਖਾਵੇ। ਉਸਨੇ ਸੋਚਿਆ ਕਿ ਉਹ ਕਿਸੇ ਸਿਆਣੇ ਹਕੀਮ ਜਾਂ ਰਿਸ਼ੀ ਮੁਨੀ ਤੋਂ ਉਸ ਫਲ ਬਾਰੇ ਜਾਣਕਾਰੀ ਪ੍ਰਾਪਤ ਕਰੇਗਾ ਕਿ ਬੂਟਾ ਕਾਹਦਾ ਹੈ। ਸ਼ਹਿਰ ਵਿੱਚ ਰਾਜੇ ਨੇ ਢੰਡੋਰਾ ਪਟਵਾ ਦਿੱਤਾ ਕਿ ਸ਼ਾਹੀ ਬਾਗ ਵਿੱਚ ਲੱਗੇ ਫਲਾਣੇ ਬੂਟੇ ਦਾ ਫਲ ਜ਼ਹਿਰੀਲਾ ਹੈ, ਕੋਈ ਮੂੰਹ ਨਾ ਲਾਵੇ। ਸਮਾਂ ਲੰਘਦਾ ਗਿਆ। ਉਸ ਨਗਰ ਵਿੱਚ ਇੱਕ ਚੌਧਰੀ ਰਹਿੰਦਾ ਸੀ, ਜਿਸ ਦੀ ਇੱਕ ਮੁਟਿਆਰ ਧੀ ਸੀ ਜੋ ਆਪਣੇ ਇੱਕ ਕਾਮੇ ਨਾਲ ਮੁਹੱਬਤ ਕਰਦੀ ਸੀ। ਜ਼ਿਮੀਂਦਾਰ ਨੂੰ ਜਦੋਂ ਇਸ ਗੱਲ ਦੀ ਖਬਰ ਹੋਈ ਤਾਂ ਉਹਨੇ ਕਾਮੇ ਨੂੰ ਮਾਰ ਕੁੱਟ ਕੇ ਘਰੋਂ ਕੱਢ ਦਿੱਤਾ ਤੇ ਆਪਣੀ ਧੀ ਦੀ ਮੰਗਣੀ ਕਿਧਰੇ ਹੋਰ ਉੱਚੇ ਘਰਾਣੇ ਵਿੱਚ ਕਰ ਦਿੱਤੀ। ਲੜਕੀ ਨੇ ਖੁਦਕੁਸ਼ੀ ਕਰਨ ਦਾ ਫੈਸਲਾ ਕੀਤਾ। ਉਹਨੂੰ ਪਤਾ ਸੀ ਕਿ ਸ਼ਾਹੀ ਬਾਗ ਵਿੱਚ ਇੱਕ ਜ਼ਹਿਰੀਲਾ ਫਲ ਹੈ, ਸੋ ਉਸਨੇ ਫਲ ਖਾ ਲੈਣ ਦਾ ਮਨ ਬਣਾ ਲਿਆ ਤੇ ਤਰਕਾਲਾਂ ਪੈਂਦੇ ਸਾਰ ਉਹ ਬਾਗ ਵਿੱਚ ਚਲੀ ਗਈ। ਰਾਹ 'ਚ ਉਸਨੂੰ ਉਹ ਕਾਮਾ ਮਿਲ ਗਿਆ ਜਿਸ ਨੂੰ ਉਹ ਮੁਹੱਬਤ ਕਰਦੀ ਸੀ। ਕੁੜੀ ਨੇ ਉਸਨੂੰ ਸਾਰੀ ਗੱਲ ਦੱਸੀ। ਕਾਮੇ ਨੇ ਵੀ ਜ਼ਹਿਰੀਲਾ ਫਲ ਖਾ ਕੇ ਆਤਮਘਾਤ ਕਰਨ ਦਾ ਫੈਸਲਾ ਕੀਤਾ। ਦੋਵੇਂ ਬਾਗ ਵਿੱਚ ਲੁਕ ਛੁਪ ਕੇ ਪਹੁੰਚ ਗਏ ਅਤੇ ਉਹਨਾਂ ਨੇ ਬੂਟੇ ਨਾਲ ਲੱਗੇ ਦੋਵੇਂ ਫਲ ਇੱਕ-ਇੱਕ ਤੋੜ ਕੇ ਖਾ ਲਏ ਤੇ ਫਿਰ ਉਸੇ ਬੂਟੇ ਹੇਠਾਂ ਅੱਖਾਂ ਮੀਟ ਕੇ ਲੰਮੇ ਪੈ ਗਏ। ਝਟਕ ਮਗਰੋਂ ਉਹਨਾਂ ਦੀ ਅੱਖ ਲੱਗ ਗਈ।
ਸਵੇਰੇ ਮਾਲੀ ਨੇ ਉਹਨਾਂ ਨੂੰ ਆ ਜਗਾਇਆ। ਉਹਨਾਂ ਦੇ ਚਿਹਰੇ ਉੱਤੇ ਅਨੋਖਾ ਜਲਾਲ ਆ ਗਿਆ ਸੀ ਤੇ ਜਿਸਮ ਵਿੱਚ ਸ਼ਬਾਬ ਡੁੱਲ-ਡੁੱਲ ਪੈਣ ਲੱਗਾ। ਮਾਲੀ ਦੇ ਪੁੱਛਣ ਤੇ ਕਿ ਤੁਸੀਂ ਕੌਣ ਹੋ ਤੇ ਇੱਥੇ ਕਿਉਂ ਸੁੱਤੇ ਹੋ, ਦੋਹਾਂ ਨੇ ਸ਼ੁਰੂ ਤੋਂ ਸਾਰੀ ਗੱਲ ਦੱਸੀ। ਅਸਾਂ ਤਾਂ ਖੁਦਕੁਸ਼ੀ ਕਰਨ ਦੀ ਖਾਤਰ ਇਹ ਫਲ ਖਾਧਾ ਸੀ, ਪਰ ਸਾਡੇ ਵਿੱਚ ਨਵੀਂ ਸ਼ਕਤੀ ਤੇ ਜ਼ਿੰਦਗੀ ਆ ਗਈ ਹੈ। ਮਾਲੀ ਉਹਨਾਂ ਨੂੰ ਰਾਜੇ ਕੋਲ ਲੈ ਗਿਆ। ਰਾਜਾ ਸਾਰੀ ਗੱਲ ਸੁਣ ਕੇ ਕਹਿਣ ਲੱਗਾ, ਮੇਰੀ ਕਿਸਮਤ ਵਿੱਚ ਇਹ ਫਲ ਨਹੀਂ ਸੀ, ਤੁਹਾਡੇ ਭਾਗਾਂ ਵਿੱਚ ਸੀ, ਸੋ ਤੁਸੀਂ ਅਮਰ ਹੋ ਗਏ। ਤੁਸੀਂ ਕਿਹੋ ਜਿਹੇ ਪ੍ਰੇਮੀ ਹੋ, ਇਸ ਵਾਸਤੇ ਤੁਹਾਡੇ ਨਾਲ ਮੁਹੱਬਤ ਵੀ ਅਮਰ ਹੋ ਗਈ ਏ। ਦੁਨੀਆ ਵਿੱਚ ਹੁਣ ਮੁਹੱਬਤ ਕਰਨ ਵਾਲਿਆਂ ਨੂੰ ਕਦੇ ਮੌਤ ਵੀ ਵੱਖ ਨਹੀਂ ਕਰ ਸਕੇਗੀ। ਕਹਿੰਦੇ ਨੇ ਮੁਹੱਬਤ ਅਮਰ ਫਲ ਖਾ ਕੇ ਅਮਰ ਹੋ ਗਈ ਏ। ਇਸ ਲਈ ਸੱਚੇ ਪ੍ਰੇਮੀਆਂ ਨੂੰ ਮੌਤ ਵੀ ਨਹੀਂ ਨਿਖੇੜ ਸਕਦੀ।